ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ। ਮੇਰੀ ਧੀ ਅੰਨ੍ਹੀ ਸੀ ਤੇ ਮੇਰਾ ਪਤੀ ਉਸ ਦਾ ਵਿਆਹ ਨਹੀਂ ਕਰਨਾ ਚਾਹੁੰਦਾ ਸੀ, ਕਿਉਂਕਿ ਧੀ ਅੰਨ੍ਹੀ ਹੋਣ ਕਰਕੇ ਉਹ ਚਾਹੁੰਦੇ ਸੀ ਕਿ ਉਹ ਸਾਡੇ ਕੋਲ ਹੀ ਰਹੇ। ਪਰ ਇੱਕ ਦਿਨ ਮੈਂ ਇੱਕ ਚੰਗਾ ਰਿਸ਼ਤਾ ਵੇਖ ਕੇ ਉਸ ਦਾ ਵਿਆਹ ਕਰ ਦਿੱਤਾ। ਵਿਆਹ ਤੋਂ ਬਾਅਦ ਧੀ ਫੋਨ ਤੇ ਕਹਿੰਦੀ, ਮਾਂ ਮੈਂ ਬਹੁਤ ਖੁਸ਼ ਹਾਂ, ਤੁਹਾਨੂੰ ਆਉਣ ਦੀ ਲੋੜ ਨਹੀਂ ਹੈ। 5 ਮਹੀਨੇ ਬੀਤ ਗਏ ਤੇ ਇੱਕ ਦਿਨ ਪਤੀ ਮੈਨੂੰ ਆਪਣੇ ਨਾਲ ਲੈ ਕੇ ਧੀ ਦੇ ਘਰ ਚਲੇ ਗਏ। ਜਿਵੇਂ ਹੀ ਦਰਵਾਜ਼ਾ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਏ। ਜਦੋਂ ਮੈਂ ਧੀ ਨੂੰ ਜਵਾਈ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਉਸਨੇ ਹੀ ਤਾਂ ਦਰਵਾਜ਼ਾ ਖੋਲ੍ਹਿਆ ਸੀ। ਤਾਂ ਮੈਂ ਹੈਰਾਨ ਰਹਿ ਗਈ, ਕਿਉਂਕਿ ਮੇਰੇ ਸਾਹਮਣੇ ਮਾਂ ਮੈਨੂੰ ਪਿਆਸ ਲੱਗੀ ਹੈ, ਮੇਰਾ ਗਲਾ ਸੁੱਕ ਰਿਹਾ ਹੈ। ਮੈਂ ਨੀਂਦ ਵਿੱਚ ਸੀ ਜਦੋਂ ਮੈਂ ਆਪਣੀ ਧੀ ਦੀ ਆਵਾਜ਼ ਸੁਣ ਕੇ ਉੱਠ ਬੈਠੀ। ਮੈਂ ਧੀ ਵੱਲ ਇੱਕ ਨਜ਼ਰ ਵੇਖਿਆ ਜੋ ਸਾਹਮਣੇ ਬੈੱਡ ਤੇ ਬੈਠੀ ਹਵਾ ਵਿੱਚ ਆਪਣੇ ਹੱਥ ਹਿਲਾ ਕੇ ਮੇਰਾ ਬੈੱਡ ਲੱਭ ਰਹੀ ਸੀ। ਮੈਂ ਆਪਣੀ ਧੀ ਨੂੰ ਦੇਖ ਕੇ ਡੂੰਘਾ ਸਾਹ ਲਿਆ ਤੇ ਉੱਠ ਕੇ ਪਾਣੀ ਦਾ ਗਲਾਸ ਭਰਿਆ ਤੇ ਆਪਣੇ ਹੱਥਾਂ ਨਾਲ ਆਪਣੀ ਧੀ ਨੂੰ ਪਾਣੀ ਪਿਲਾਉਣ ਲੱਗੀ। ਹਰ ਵਾਰ ਮੈਂ ਆਪਣੀ ਧੀ ਦੀ ਹਾਲਤ ਵੇਖ ਕੇ ਬਹੁਤ ਡਰ ਜਾਂਦੀ ਸੀ। ਜੇ ਕੋਈ ਇਸ ਚੰਨ ਵਰਗੇ ਚਿਹਰੇ ਨੂੰ ਦੇਖ ਲਵੇ ਤਾਂ ਉਹ ਦੇਖਦਾ ਹੀ ਰਹਿ ਜਾਂਦਾ, ਕਿਉਂਕਿ ਮੇਰੀ ਧੀ ਬਹੁਤ ਸੋਹਣੀ ਸੀ। ਪਰ ਜਦੋਂ ਕਿਸੇ ਨੂੰ ਪਤਾ ਲੱਗ ਜਾਂਦਾ ਕਿ ਮੇਰੀ ਧੀ ਅੰਨ੍ਹੀ ਹੈ ਤਾਂ ਉਹ ਆਪਣੇ ਕੰਨਾਂ ਨੂੰ ਹੱਥ ਲਾ ਲੈਂਦਾ ਤੇ ਕਹਿਣ ਲੱਗ ਪੈਂਦਾ ਕਿ ਇਹ ਮਾਂ-ਬਾਪ ਦੇ ਕਿਸੇ ਵੱਡੇ ਪਾਪ ਦੀ ਸਜ਼ਾ ਹੈ ਜੋ ਇੰਨੀ ਸੋਹਣੀ ਕੁੜੀ ਅੰਨ੍ਹੀ ਹੈ। ਨਹੀਂ ਤਾਂ ਅਜਿਹੇ ਸੋਹਣੇ ਇਨਸਾਨ ਦੁਨੀਆ ਵਿੱਚ ਘੱਟ ਹੀ ਦੇਖਣ ਨੂੰ ਮਿਲਦੇ ਹਨ। ਜਦੋਂ ਵੀ ਮੈਂ ਆਪਣੀ ਧੀ ਨੂੰ ਇੱਕ ਥਾਂ ਚੁੱਪਚਾਪ ਬੈਠੀ ਦੇਖਦੀ ਤਾਂ ਮੇਰਾ ਦਿਲ ਟੁੱਟ ਜਾਂਦਾ। ਮੈਂ ਚਾਹੁੰਦੀ ਸੀ ਕਿ ਮੇਰੀ ਧੀ ਇਹ ਰੰਗਲੀ ਦੁਨੀਆ ਦੇਖ ਸਕੇ, ਪਰ ਉਹ ਸਾਡੇ ਚਿਹਰੇ ਆਪਣੇ ਹੱਥਾਂ ਨਾਲ ਹੀ ਪਛਾਣ ਲੈਂਦੀ ਸੀ। ਉਹ ਚੀਜ਼ਾਂ ਨੂੰ ਸੁੰਘ ਕੇ ਮਹਿਸੂਸ ਕਰਕੇ ਥੋੜ੍ਹਾ ਬਹੁਤਾ ਚੱਲ ਫਿਰ ਸਕਦੀ ਸੀ ਤੇ ਸਾਡੀਆਂ ਆਵਾਜ਼ਾਂ ਤੋਂ ਸਾਨੂੰ ਪਛਾਣ ਸਕਦੀ ਸੀ। ਮੈਂ ਆਪਣੀ ਧੀ ਨੂੰ ਪਾਣੀ ਦਿੱਤਾ ਤੇ ਉਸ ਦੇ ਬੇਸੁੱਧ ਸੁੱਤੇ ਪਿਤਾ ਵੱਲ ਇੱਕ ਡੂੰਘੀ ਨਜ਼ਰ ਮਾਰੀ, ਜੋ ਹੁਣ ਆਪਣੇ ਬੈੱਡ ਤੇ ਦਿਨ ਭਰ ਦਾ ਥੱਕਿਆ ਹੋਇਆ ਸੁੱਤਾ ਪਿਆ ਸੀ। ਪੂਰਬੀ ਸਾਨੂੰ ਜਾਣ ਨਾਲੋਂ ਵੀ ਪਿਆਰੀ ਸੀ। ਦੁਨੀਆ ਵਾਲੇ ਜੋ ਮਰਜ਼ੀ ਕਹਿਣ, ਪਰ ਸਾਡੀ ਤਾਂ ਆਪਣੀ ਧੀ ਵਿੱਚ ਜਾਨ ਵਸਦੀ ਸੀ। ਜਦੋਂ ਧੀ ਵੱਡੀ ਹੋਈ ਤਾਂ ਮੇਰੇ ਦਿਲ ਵਿੱਚ ਅਜੀਬ ਖਿਆਲ ਆਉਣ ਲੱਗੇ। ਮੈਂ ਆਪਣੀ ਅੰਨ੍ਹੀ ਧੀ ਵਿੱਚ ਵੀ ਗੁਣ ਲੱਭਣ ਲੱਗੀ। ਜਦੋਂ ਵੀ ਪਿੰਡ ਵਿੱਚ ਕਿਸੇ ਕੁੜੀ ਦੇ ਵਿਆਹ ਦੀ ਖਬਰ ਸੁਣਦੀ ਤਾਂ ਮੇਰਾ ਵੀ ਮਨ ਕਰਦਾ ਕਿ ਮੈਂ ਵੀ ਆਪਣੀ ਧੀ ਦਾ ਵਿਆਹ ਕਰਾਂ। ਉਹ ਸਿਰਫ ਦੇਖ ਹੀ ਨਹੀਂ ਸਕਦੀ ਸੀ, ਪਰ ਘਰ ਦੀ ਦੇਖਭਾਲ ਚੰਗੀ ਤਰ੍ਹਾਂ ਕਰ ਲੈਂਦੀ ਸੀ। ਮੈਂ ਸੋਚਾਂ ਵਿੱਚ ਗਵਾਚੀ ਹੋਈ ਸੀ ਜਦੋਂ ਇੱਕ ਦਿਨ ਮੇਰਾ ਪਤੀ ਕੰਮ ਤੋਂ ਥੱਕਿਆ ਹੋਇਆ ਘਰ ਆਇਆ। ਜਿਵੇਂ ਹੀ ਆਪਣੇ ਪਿਤਾ ਦੇ ਕਦਮਾਂ ਦੀ ਆਵਾਜ਼ ਸੁਣੀ ਤਾਂ ਮੇਰੀ ਧੀ ਤੁਰੰਤ ਉੱਠੀ ਤੇ ਕੰਧਾਂ ਦਾ ਸਹਾਰਾ ਲੈ ਕੇ ਰਸੋਈ ਵਿੱਚ ਚਲੀ ਗਈ ਤੇ ਉੱਥੋਂ ਪਾਣੀ ਦਾ ਗਲਾਸ ਭਰ ਕੇ ਪਿਤਾ ਕੋਲ ਲੈ ਆਈ ਤੇ ਕਿਹਾ, ਪਾਪਾ ਜੀ ਪਾਣੀ ਪੀ ਲਓ, ਤੁਸੀਂ ਬਹੁਤ ਥੱਕ ਗਏ ਹੋਵੋਗੇ। ਇਹ ਕਹਿ ਕੇ ਉਹ ਆਪਣੇ ਪਿਤਾ ਦੇ ਕੋਲ ਗੋਡਿਆਂ ਭਾਰ ਬੈਠ ਗਈ ਤੇ ਫਿਰ ਉਹਨਾਂ ਦੀਆਂ ਲੱਤਾਂ ਦਬਾਉਂਦੇ ਹੋਏ, ਪੈਰਾਂ ਤੋਂ ਜੁੱਤੀ ਲਾਉਂਦੀ ਹੋਈ ਬੋਲੀ, ਪਾਪਾ ਤੁਸੀਂ ਇੱਥੇ ਲੇਟ ਜਾਓ, ਮੈਂ ਤੁਹਾਡੀਆਂ ਲੱਤਾਂ ਦਬਾ ਦਿੰਦੀ ਹਾਂ। ਜਦੋਂ ਓਮ ਪ੍ਰਕਾਸ਼ ਨੇ ਆਪਣੀ ਧੀ ਤੋਂ ਇਹ ਸੁਣਿਆ ਤਾਂ ਉਹ ਮੁਸਕਰਾ ਕੇ ਉਸਦੇ ਸਿਰ ਨੂੰ ਚੁੰਮ ਲਿਆ, ਅਸੀਸ ਦਿੰਦੇ ਹੋਏ ਕਿਹਾ, ਨਹੀਂ ਮੇਰੀ ਬੇਟੀ, ਤੁਸੀਂ ਇੱਥੇ ਮੇਰੇ ਨਾਲ ਬੈਠੋ ਤੇ ਦੱਸ ਕਿ ਅੱਜ ਮਾਂ ਨੇ ਤੈਨੂੰ ਝਿੜਕਿਆ ਤਾਂ ਨਹੀਂ, ਜਾਂ ਤੇਰੇ ਤੋਂ ਜ਼ਿਆਦਾ ਕੰਮ ਤਾਂ ਨਹੀਂ ਕਰਵਾਇਆ। ਮੈਂ ਹੁਣੇ ਤੇਰੀ ਮਾਂ ਦੀ ਖਬਰ ਲੈਂਦਾ ਹਾਂ। ਪੂਰਬੀ ਨੇ ਹੱਸ ਕੇ ਕਿਹਾ, ਨਹੀਂ, ਮਾਂ ਮੇਰਾ ਬਹੁਤ ਖਿਆਲ ਰੱਖਦੀ ਹੈ, ਮੈਨੂੰ ਕੋਈ ਕੰਮ ਕਰਨ ਲਈ ਮਜਬੂਰ ਨਹੀਂ ਕਰਦੀ। ਜੇਕਰ ਉਹ ਮੈਨੂੰ ਤੰਗ ਕਰੇਗੀ ਤਾਂ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ। ਉਸ ਦਿਨ ਜਦੋਂ ਮੈਂ ਪੂਰਬੀ ਨੂੰ ਕਮਰੇ ਵਿੱਚ ਭੇਜਿਆ ਤਾਂ ਮੈਂ ਆਪਣੇ ਪਤੀ ਨੂੰ ਕਿਹਾ ਕਿ ਹੁਣ ਸਾਡੀ ਪੂਰਬੀ ਜਵਾਨ ਹੋ ਗਈ ਹੈ, ਕਿਉਂ ਨਾ ਅਸੀਂ ਉਸ ਦਾ ਵਿਆਹ ਕਰ ਦਈਏ। ਇਹ ਸੁਣ ਕੇ ਮੇਰਾ ਪਤੀ ਹੈਰਾਨੀ ਨਾਲ ਮੇਰੇ ਵੱਲ ਦੇਖਣ ਲੱਗਾ। ਇੰਜ ਲੱਗ ਰਿਹਾ ਸੀ ਜਿਵੇਂ ਮੈਂ ਕੋਈ ਬਹੁਤ ਅਜੀਬ ਗੱਲ ਕਰ ਦਿੱਤੀ ਹੋਵੇ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਾ ਹੋਵੇ। ਉਸਨੇ ਕਿਹਾ, ਮੂਰਖ ਹੈ, ਤੇਰਾ ਦਿਮਾਗ ਤਾਂ ਠੀਕ ਹੈ, ਤੂੰ ਕਹਿਣਾ ਕੀ ਚਾਹੁੰਦੀ ਹੈ? ਤੂੰ ਪੂਰਬੀ ਬਾਰੇ ਜਾਣਦੀ ਤਾਂ ਹੈ ਕਿ ਉਸ ਦੀਆਂ ਅੱਖਾਂ ਦੀ ਰੋਸ਼ਨੀ ਨਹੀਂ ਹੈ। ਇਸ ਹਾਲਤ ਵਿੱਚ ਅਸੀਂ ਆਪਣੀ ਧੀ ਦਾ ਵਿਆਹ ਕਿਵੇਂ ਕਰਵਾ ਸਕਦੇ ਹਾਂ? ਮੈਂ ਕੁਝ ਕਹਿਣਾ ਚਾਹੁੰਦੀ ਸੀ, ਪਰ ਮੇਰੇ ਪਤੀ ਨੇ ਮੈਨੂੰ ਚੁੱਪ ਕਰਵਾ ਦਿੱਤਾ ਤੇ ਮੈਨੂੰ ਇਸ ਮਾਮਲੇ ਤੇ ਗੱਲ ਨਾ ਕਰਨ ਲਈ ਕਿਹਾ। ਇਹ ਮੇਰੀ ਧੀ ਦੇ ਭਵਿੱਖ ਦਾ ਸਵਾਲ ਹੈ। ਇੱਥੇ ਤਾਂ ਇਹ ਆਪਣੇ ਮਾਂ-ਬਾਪ ਦੇ ਘਰ ਰਹਿੰਦੀ ਹੈ ਤੇ ਇਸ ਨੂੰ ਪੂਰੀ ਆਜ਼ਾਦੀ ਹੈ। ਸਾਨੂੰ ਪਤਾ ਹੈ ਕਿ ਆਪਣੀ ਧੀ ਨੂੰ ਕਿਵੇਂ ਸੰਭਾਲਣਾ ਹੈ। ਜਦੋਂ ਕਿ ਜੇ ਇਸ ਦਾ ਵਿਆਹ ਕਰਵਾ ਦਿੱਤਾ ਤਾਂ ਆਪਣੇ ਘਰ ਚਲੀ ਜਾਵੇਗੀ। ਫਿਰ ਕੀ ਹੋਵੇਗਾ ਤੂੰ ਜਾਣਦੀ ਤਾਂ ਹੈ। ਆਪਣੇ ਪਤੀ ਦੇ ਕੰਮ, ਉਸ ਦੀਆਂ ਜ਼ਿੰਮੇਵਾਰੀਆਂ
ਸੱਸ ਸਹੁਰੇ ਦੀਆਂ ਰਿਸ਼ਤੇਦਾਰੀਆਂ, ਇਹ ਸਭ ਉਹ ਕਿਵੇਂ ਸੰਭਾਲੇਗੀ? ਇਸ ਘਰ ਦੀ ਹਰ ਚੀਜ਼ ਤੇ ਜਗ੍ਹਾ ਨੂੰ ਸਾਡੀ ਧੀ ਚੰਗੀ ਤਰ੍ਹਾਂ ਜਾਣਦੀ ਹੈ। ਮੇਰਾ ਪਤੀ ਮੈਨੂੰ ਅਜਿਹੀਆਂ ਗੱਲਾਂ ਕਰਕੇ ਚੁੱਪ ਕਰਵਾ ਚੁੱਕਾ ਸੀ, ਜਦੋਂ ਕਿ ਮੈਂ ਇਹ ਸੋਚਦਿਆਂ ਚਿੰਤਾ ਵਿੱਚ ਸੀ ਕਿ ਮੇਰੀ ਧੀ ਅੱਗੇ ਦੀ ਜ਼ਿੰਦਗੀ ਕਿਵੇਂ ਬਤੀਤ ਕਰੇਗੀ। ਮੈਂ ਬਹੁਤ ਦੂਰ ਦਾ ਸੋਚ ਰਹੀ ਸੀ। ਮਨ ਵਿੱਚ ਕਈ ਤਰ੍ਹਾਂ ਦੇ ਵਿਚਾਰ ਆਉਣ ਲੱਗੇ। ਜੇ ਰਾਤ ਨੂੰ ਕੱਚੀ ਨੀਂਦ ਤੋਂ ਜਾਗ ਆ ਜਾਂਦੀ ਤਾਂ ਮੈਂ ਇਹੀ ਸੋਚਦੀ ਰਹਿੰਦੀ ਕਿ ਜਦੋਂ ਇਸ ਦੁਨੀਆ ਤੇ ਮੈਂ ਨਾ ਰਹੀ ਤੇ ਮੇਰਾ ਪਤੀ ਵੀ ਨਾ ਰਿਹਾ ਤਾਂ ਮੇਰੀ ਧੀ ਕਿੱਥੇ ਜਾਵੇਗੀ? ਇਸ ਦੀ ਕੌਣ ਜ਼ਿੰਮੇਵਾਰੀ ਚੁੱਕੇਗਾ? ਇਹ ਸੋਚ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਨਿਕਲ ਜਾਂਦੇ ਸੀ। ਇਹ ਪਿੰਡ ਵਾਲੇ ਤੇ ਰਿਸ਼ਤੇਦਾਰ ਤਾਂ ਮੇਰੀ ਧੀ ਦਾ ਪਹਿਲਾਂ ਹੀ ਮਜ਼ਾਕ ਉਡਾਉਂਦੇ ਸੀ, ਕਿਉਂਕਿ ਉਹ ਅੰਨ੍ਹੀ ਸੀ। ਇੱਕ ਦੋ ਔਰਤਾਂ ਨੇ ਇਹ ਤੱਕ ਕਹਿ ਦਿੱਤਾ ਸੀ ਕਿ ਅਜਿਹੀ ਔਲਾਦ ਤਾਂ ਪੈਦਾ ਹੋਣ ਤੋਂ ਪਹਿਲਾਂ ਹੀ ਮਰ ਜਾਂਦੀ। ਜਿਵੇਂ ਇਹ ਵੱਡੀ ਹੋਵੇਗੀ, ਕਈ ਤਰ੍ਹਾਂ ਦੇ ਮੁੱਦੇ ਪੈਦਾ ਹੋਣਗੇ। ਆਖਰ ਇਸ ਨੂੰ ਕੌਣ ਪਾਲੇਗਾ? ਜਦੋਂ ਵੀ ਮੈਂ ਇਸ ਬਾਰੇ ਸੋਚਦੀ ਸੀ ਤਾਂ ਮੈਂ ਅਰਦਾਸ ਕਰਦੀ, ਰੱਬਾ ਕੋਈ ਚੰਗਾ ਰਿਸ਼ਤਾ ਮਿਲ ਜਾਵੇ ਜੋ ਮੇਰੀ ਧੀ ਨੂੰ ਆਪਣੇ ਘਰ ਲੈ ਜਾਵੇ। ਮੇਰੀ ਧੀ ਦੇਖਣ ਵਿੱਚ ਬਹੁਤ ਸੋਹਣੀ ਸੀ। ਉਸ ਦਾ ਵਿਵਹਾਰ ਵੀ ਬਹੁਤ ਵਧੀਆ ਸੀ। ਉਸ ਨੂੰ ਘਰ ਦਾ ਅੰਦਾਜ਼ਾ ਹੋ ਜਾਂਦਾ ਤਾਂ ਉਹ ਹਰ ਕੰਮ ਬੜੀ ਚੰਗੀ ਤਰ੍ਹਾਂ ਕਰ ਲੈਂਦੀ ਸੀ। ਇੱਕ ਦਿਨ ਰਿਸ਼ਤੇ ਕਰਵਾਉਣ ਵਾਲੀ ਸਾਡੇ ਘਰ ਆਈ ਤਾਂ ਉਸਨੇ ਕਿਹਾ ਕਿ ਕਿਸੇ ਵਿਅਕਤੀ ਨੇ ਮੈਨੂੰ ਤੁਹਾਡੇ ਘਰ ਬਾਰੇ ਦੱਸਿਆ ਹੈ ਕਿ ਤੁਹਾਡੇ ਘਰ ਇੱਕ ਜਵਾਨ ਧੀ ਹੈ। ਕੀ ਮੈਂ ਉਸ ਦਾ ਰਿਸ਼ਤਾ ਕਰਵਾ ਦੇਵਾਂ? ਮੈਂ ਵਿਹੜੇ ਵਿੱਚ ਬੈਠੀ ਚੌਲ ਚੁਣ ਰਹੀ ਸੀ। ਅਚਾਨਕ ਰਿਸ਼ਤੇ ਵਾਲੇ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਤੇ ਕਿਹਾ, ਤੇਰਾ ਦਿਮਾਗ ਤਾਂ ਠੀਕ ਹੈ? ਕੀ ਤੈਨੂੰ ਪਤਾ ਨਹੀਂ ਕਿ ਮੇਰੀ ਧੀ ਅੰਨ੍ਹੀ ਹੈ? ਉਹ ਕੁਝ ਵੀ ਨਹੀਂ ਦੇਖ ਸਕਦੀ। ਅਸੀਂ ਉਸ ਦਾ ਵਿਆਹ ਨਹੀਂ ਕਰਵਾਉਣਾ ਚਾਹੁੰਦੇ ਹਾਂ। ਤਾਂ ਉਹ ਰਿਸ਼ਤਾ ਕਰਵਾਉਣ ਵਾਲੀ ਨੇ ਕਿਹਾ ਕਿ ਉਸ ਨੂੰ ਇਹ ਸਭ ਪਤਾ ਹੈ ਤੇ ਮੈਂ ਉਹਨਾਂ ਨੂੰ ਵੀ ਦੱਸ ਦਿੱਤਾ ਹੈ, ਪਰ ਉਹ ਕਹਿੰਦੇ ਹਨ ਕਿ ਸਾਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਇੱਕ ਚੰਗੇ ਪਰਿਵਾਰ ਦਾ ਮੁੰਡਾ ਹੈ ਤੇ ਇਕੱਲਾ ਵੀ ਹੈ, ਤੁਹਾਡੀ ਧੀ ਨੂੰ ਖੁਸ਼ ਰੱਖੇਗਾ। ਜਦੋਂ ਮੈਂ ਉਸ ਮੁੰਡੇ ਦੀ ਵਡਿਆਈ ਸੁਣੀ, ਮੈਂ ਖੁਸ਼ ਹੋ ਗਈ ਤੇ ਮੇਰੇ ਦਿਲ ਵਿੱਚ ਇੱਕ ਵਾਰ ਆਸ ਹੋਈ ਕਿ ਮੈਂ ਆਪਣੀ ਧੀ ਦਾ ਵਿਆਹ ਉਸ ਘਰ ਕਰ ਦੇਵਾਂ। ਉਹਨਾਂ ਨੂੰ ਮੇਰੀ ਧੀ ਦੇ ਅੰਨ੍ਹੇਪਣ ਤੋਂ ਕੋਈ ਸਮੱਸਿਆ ਨਹੀਂ ਸੀ। ਉਹ ਅਮੀਰ ਵੀ ਸਨ ਤੇ ਘਰ ਵਿੱਚ ਕੰਮਕਾਰ ਲਈ ਨੌਕਰ ਰੱਖੇ ਹੋਏ ਹਨ। ਉਹਨਾਂ ਨੇ ਮੇਰੀ ਧੀ ਨੂੰ ਉਸਦੇ ਚੰਗੇ ਸੁਭਾਅ ਕਾਰਨ ਪਸੰਦ ਕੀਤਾ ਸੀ, ਪਰ ਇੱਕ ਗੱਲ ਉਹਨਾਂ ਦੀ ਮੈਨੂੰ ਸਮਝ ਨਹੀਂ ਆਈ ਕਿ ਉਹਨਾਂ ਨੂੰ ਮੇਰੀ ਧੀ ਬਾਰੇ ਕਿਵੇਂ ਪਤਾ ਲੱਗਾ ਸੀ। ਖੈਰ, ਜਿਵੇਂ ਹੀ ਰਾਤ ਹੋਈ, ਮੈਂ ਆਪਣੇ ਪਤੀ ਨਾਲ ਗੱਲ ਕੀਤੀ। ਇੱਕ ਵਾਰ ਫਿਰ ਮੇਰਾ ਪਤੀ ਚਿੰਤਾ ਵਿੱਚ ਪੈ ਗਿਆ। ਉਸਨੇ ਕਿਹਾ, ਤੁਸੀਂ ਪਾਗਲ ਹੋ? ਤੁਸੀਂ ਆਪਣੀ ਧੀ ਦੀ ਜ਼ਿੰਦਗੀ ਨੂੰ ਨਰਕ ਕਿਉਂ ਬਣਾਉਣਾ ਚਾਹੁੰਦੇ ਹੋ? ਮੈਂ ਬਿਲਕੁਲ ਨਹੀਂ ਚਾਹਾਂਗਾ ਕਿ ਉਹ ਕਿਸੇ ਨਾਲ ਵਿਆਹ ਕਰੇ। ਇਹ ਸੁਣ ਕੇ ਮੈਂ ਵੀ ਪਰੇਸ਼ਾਨ ਹੋ ਗਈ। ਮੈਂ ਆਪਣੇ ਪਤੀ ਨੂੰ ਬਹੁਤ ਸਮਝਾਇਆ, ਪਰ ਉਹ ਨਹੀਂ ਮੰਨਿਆ। ਅਗਲੇ ਦਿਨ ਮੇਰੇ ਕਹਿਣ ਤੇ ਮੁੰਡੇ ਵਾਲੇ ਸਾਡੇ ਘਰ ਆ ਗਏ। ਉਸ ਸਮੇਂ ਮੇਰਾ ਪਤੀ ਵੀ ਘਰ ਸੀ। ਉਹ ਲੋਕ ਬਹੁਤ ਚੰਗੇ ਵਿਵਹਾਰ ਵਾਲੇ ਸਨ। ਜਦੋਂ ਉਹਨਾਂ ਨੇ ਮੇਰੀ ਬੇਟੀ ਨੂੰ ਦੇਖਿਆ ਤਾਂ ਉਹਨਾਂ ਦੇ ਨਾਲ ਆਈ ਔਰਤ ਨੇ ਮੇਰੀ ਬੇਟੀ ਨੂੰ ਗਲੇ ਲਗਾ ਲਿਆ ਤੇ ਕਿਹਾ, ਇਹ ਹੁਣ ਸਾਡੀ ਹੈ। ਉਹ ਸਾਡੇ ਘਰ ਪਹਿਲੀ ਵਾਰ ਆਏ ਸੀ, ਇਸ ਲਈ ਉਹ ਫਲ ਤੇ ਸ਼ਗਨ ਦੀ ਥਾਲੀ ਲੈ ਕੇ ਆਏ ਸੀ। ਉਸਨੇ ਪੂਰਬੀ ਦੇ ਹੱਥ ਤੇ 10,000 ਰੁਪਏ ਰੱਖੇ। ਕੁਝ ਦਿਨਾਂ ਬਾਅਦ ਜਦੋਂ ਉਹ ਦੁਬਾਰਾ ਆਏ ਤਾਂ ਉਹ ਮੇਰੀ ਧੀ ਲਈ ਬਹੁਤ ਸਾਰੇ ਤੋਹਫੇ ਲੈ ਕੇ ਆਏ। ਇਹ ਸਭ ਦੇਖ ਕੇ ਮੈਂ ਤੇ ਮੇਰਾ ਪਤੀ ਅੰਦਰੋਂ ਪਿਘਲ ਗਏ। ਉਹ ਲੋਕ ਸੱਚਮੁੱਚ ਸਾਡੀ ਧੀ ਵਿੱਚ ਦਿਲਚਸਪੀ ਰੱਖਦੇ ਸਨ। ਉਹ ਔਰਤ ਤੇ ਉਸ ਦਾ ਪਤੀ ਬਹੁਤ ਸਲੀਕੇ ਵਾਲੇ ਸਨ ਤੇ ਸਾਡੀ ਧੀ ਨਾਲ ਬਹੁਤ ਨਰਮੀ ਨਾਲ ਪੇਸ਼ ਆਉਂਦੇ ਸੀ। ਸਾਨੂੰ ਉਹਨਾਂ ਦਾ ਬੇਟਾ ਵੀ ਬਹੁਤ ਪਸੰਦ ਸੀ। ਮੈਂ ਇਸ ਰਿਸ਼ਤੇ ਲਈ ਪੂਰੀ ਤਰ੍ਹਾਂ ਸਹਿਮਤ ਹੋ ਗਈ ਸੀ, ਪਰ ਮੇਰੇ ਪਤੀ ਨੇ ਸਹਿਮਤੀ ਨਹੀਂ ਦਿੱਤੀ ਸੀ। ਉਸ ਨੂੰ ਇਸ ਰਿਸ਼ਤੇ ਲਈ ਰਾਜੀ ਹੋਣ ਵਿੱਚ 2 ਮਹੀਨੇ ਲੱਗ ਗਏ ਸੀ। ਮੇਰੀ ਬੇਟੀ ਦਾ ਰਿਸ਼ਤਾ ਤੈਅ ਹੋ ਗਿਆ ਹੈ ਤੇ ਅਸੀਂ ਉਸ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਮੇਰੀ ਧੀ ਵੀ ਇਸ ਰਿਸ਼ਤੇ ਤੋਂ ਬਹੁਤ ਖੁਸ਼ ਸੀ। ਉਹ ਦੇਖ ਨਹੀਂ ਸਕਦੀ ਸੀ, ਪਰ ਸਭ ਕੁਝ ਮਹਿਸੂਸ ਕਰ ਰਹੀ ਸੀ। ਵਿਆਹ ਦੀ ਤਰੀਕ ਜਦੋਂ ਤੈਅ ਕਰਨ ਲੱਗੇ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਰੀਤੀ ਰਿਵਾਜਾਂ ਮੁਤਾਬਕ ਵਿਆਹ ਕਰਾਂਗੇ। ਇੱਕ ਦਿਨ ਉਹ ਸਾਡੇ ਘਰ ਆਏ ਤੇ ਕਹਿਣ ਲੱਗੇ ਕਿ ਸਾਡੇ ਘਰ ਦਾ ਰਿਵਾਜ ਹੈ ਕਿ ਕੁੜੀ ਦਾ ਵਿਆਹ ਮੁੰਡੇ ਦੇ ਘਰ ਹੁੰਦਾ ਹੈ, ਕਿਉਂਕਿ ਇਹ ਸਫ਼ਰ ਵੀ ਲੰਮਾ ਹੈ। 4 ਘੰਟੇ ਬਾਅਦ ਅਸੀਂ ਇੱਥੇ ਪਹੁੰਚਾਂਗੇ। ਇਸੇ ਲਈ ਸਾਡੇ ਇੱਥੇ ਇਹ ਰਿਵਾਜ ਹੈ ਕਿ ਜਦੋਂ ਦੂਰੋਂ ਕੋਈ ਰਿਸ਼ਤਾ ਕੀਤਾ ਜਾਂਦਾ ਹੈ ਤਾਂ ਵਿਆਹ ਮੁੰਡੇ ਦੇ ਘਰ ਹੀ ਕੀਤਾ ਜਾਵੇ। ਇਹ ਸੁਣ ਕੇ ਅਸੀਂ ਹੈਰਾਨ ਰਹਿ ਗਏ ਕਿ ਅਜਿਹਾ ਕਿਵੇਂ ਹੋ ਸਕਦਾ ਹੈ, ਪਰ ਫਿਰ ਸਾਨੂੰ ਸਹਿਮਤ ਹੋਣਾ ਪਿਆ।
ਕਿਉਂਕਿ ਜਲਦੀ ਹੀ ਸਾਡਾ ਰਿਸ਼ਤਾ ਭੈਣਾਂ ਭਰਾਵਾਂ ਵਰਗਾ ਹੋ ਗਿਆ ਸੀ। ਇਸ ਲਈ ਅਸੀਂ ਫੈਸਲਾ ਕੀਤਾ ਕਿ ਉਹ ਸਾਡੀ ਧੀ ਨੂੰ ਨਾਲ ਲੈ ਜਾਣਗੇ ਤੇ ਫਿਰ ਅਗਲੇ ਦਿਨ ਅਸੀਂ ਪਤੀ ਪਤਨੀ ਕੁਝ ਦਹੇਜ ਦੀਆਂ ਵਸਤੂਆਂ ਨਾਲ ਉਹਨਾਂ ਦੇ ਘਰ ਪਹੁੰਚਾਂਗੇ ਤੇ ਉੱਥੇ ਦੋਵਾਂ ਜਣਿਆਂ ਦਾ ਵਿਆਹ ਕਰਵਾ ਦੇਵਾਂਗੇ। ਇਸ ਗੱਲ ਤੇ ਸਾਰਾ ਫੈਸਲਾ ਹੋਇਆ ਤੇ ਉਸ ਦਿਨ ਸਾਡੀ ਧੀ ਉਹਨਾਂ ਨਾਲ ਸਾਡਾ ਘਰ ਛੱਡ ਕੇ ਚਲੀ ਗਈ। ਅਸੀਂ ਦਾਜ ਦੀਆਂ ਚੀਜ਼ਾਂ ਲੈ ਕੇ ਸਵੇਰੇ ਉੱਥੇ ਜਾਣਾ ਸੀ। ਅਗਲੇ ਦਿਨ ਜਦੋਂ ਅਸੀਂ ਆਪਣਾ ਸਮਾਨ ਗੱਡੀ ਵਿੱਚ ਰੱਖ ਕੇ ਆਪਣੀ ਧੀ ਕੋਲ ਜਾਣ ਲੱਗੇ ਤਾਂ ਰਸਤੇ ਵਿੱਚ ਇੱਕ ਹਾਦਸਾ ਹੋ ਗਿਆ, ਜਿਸ ਕਾਰਨ ਸੜਕ ਜਾਮ ਹੋ ਗਈ ਸੀ। ਉੱਥੇ ਸਾਡੇ 4 ਘੰਟੇ ਬਰਬਾਦ ਹੋ ਗਏ ਸੀ। ਸਾਨੂੰ ਕਿਸੇ ਹੋਰ ਰਸਤੇ ਰਾਹੀਂ ਜਾਣ ਲਈ ਮਜਬੂਰ ਹੋਣਾ ਪਿਆ ਸੀ, ਜਿਸ ਕਾਰਨ ਅਸੀਂ 5 ਘੰਟੇ ਦਾ ਸਫ਼ਰ ਤੈਅ ਕਰਕੇ ਆਪਣੀ ਧੀ ਦੇ ਸਹੁਰੇ ਘਰ ਪਹੁੰਚੇ। ਜਦੋਂ ਉੱਥੇ ਗਏ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਕਿਉਂਕਿ ਮੇਰੀ ਧੀ ਦਾ ਵਿਆਹ ਹੋ ਚੁੱਕਾ ਸੀ। ਉਹ ਪਹਿਲਾਂ ਹੀ ਦੁਲਹਨ ਬਣੀ ਸੋਫੇ ਤੇ ਬੈਠੀ ਹੋਈ ਸੀ। ਆਲੇ ਦੁਆਲੇ ਬਹੁਤ ਸਾਰੇ ਮਹਿਮਾਨ ਇਕੱਠੇ ਸੀ। ਮੇਰੀ ਧੀ ਦਾ ਪਤੀ ਉਸ ਦੇ ਸੱਜੇ ਪਾਸੇ ਖੜਾ ਮੁਸਕਰਾ ਰਿਹਾ ਸੀ, ਜਦੋਂ ਕਿ ਉਸ ਦਾ ਸਹੁਰਾ ਤੇ ਸੱਸ ਉਸ ਦੇ ਨਾਲ ਬੈਠੇ ਸਨ ਤੇ ਉਹਨਾਂ ਨਾਲ ਫੋਟੋ ਖਿਚਵਾ ਰਹੇ ਸਨ। ਸਾਨੂੰ ਦੇਖ ਕੇ ਉਹਨਾਂ ਨੇ ਆ ਕੇ ਮਾਫੀ ਮੰਗੀ ਤੇ ਕਿਹਾ ਕਿ ਤੁਸੀਂ ਬਹੁਤ ਦੇਰ ਨਾਲ ਆਏ, ਇਸ ਲਈ ਅਸੀਂ ਵਿਆਹ ਕਰਵਾ ਲਿਆ, ਕਿਉਂਕਿ ਪੰਡਿਤ ਜੀ ਨੇ ਕਿਤੇ ਹੋਰ ਵੀ ਵਿਆਹ ਕਰਵਾਉਣ ਜਾਣਾ ਸੀ। ਸਾਡੀ ਧੀ ਦਾ ਵਿਆਹ ਹੋ ਗਿਆ ਸੀ, ਸਾਨੂੰ ਹੋਰ ਕੀ ਚਾਹੀਦਾ ਸੀ। ਸਾਡੇ ਚਿਹਰਿਆਂ ਤੇ ਮੁਸਕਰਾਹਟ ਆ ਗਈ ਤੇ ਅਸੀਂ ਆਪਣੀ ਧੀ ਨੂੰ ਆਸ਼ੀਰਵਾਦ ਦੇਣ ਲੱਗੇ। ਉਹ ਘਰ ਮਹਿਲ ਵਰਗਾ ਸੀ ਤੇ ਅਸੀਂ ਖੁਸ਼ ਸੀ ਕਿ ਇੱਥੇ ਸਾਡੀ ਧੀ ਰਾਜ ਕਰੇਗੀ। ਇਹ ਵਿਆਹ ਉਹਨਾਂ ਦੇ ਰੀਤੀ ਰਿਵਾਜਾਂ ਅਨੁਸਾਰ ਹੋਇਆ ਸੀ। ਅਸੀਂ ਦਿਨ ਭਰ ਉੱਥੇ ਰਹੇ ਤੇ ਫਿਰ ਆਪਣੀ ਧੀ ਨੂੰ ਦੁਬਾਰਾ ਆਉਣ ਲਈ ਕਹਿ ਕੇ ਆਪਣੇ ਘਰ ਆ ਗਏ। ਇੰਜ ਲੱਗ ਰਿਹਾ ਸੀ ਜਿਵੇਂ ਸਾਡੇ ਮੋਢਿਆਂ ਤੋਂ ਕੋਈ ਬੋਝ ਉਤਰ ਗਿਆ ਹੋਵੇ। ਜਦੋਂ ਘਰ ਆਏ ਤਾਂ ਮੈਂ ਅਕਸਰ ਆਪਣੀ ਧੀ ਨੂੰ ਫੋਨ ਕਰਕੇ ਪੁੱਛਦੀ ਰਹਿੰਦੀ। ਉਹ ਕਹਿੰਦੀ, ਮਾਂ ਮੈਂ ਇੱਥੇ ਬਹੁਤ ਖੁਸ਼ ਹਾਂ, ਉਹ ਮੇਰਾ ਬਹੁਤ ਧਿਆਨ ਰੱਖਦੇ ਹਨ। ਕਦੇ ਕਿਸੇ ਨੇ ਮੇਰੇ ਸਾਹਮਣੇ ਉੱਚੀ ਆਵਾਜ਼ ਵਿੱਚ ਗੱਲ ਵੀ ਨਹੀਂ ਕੀਤੀ। ਉਹ ਮੈਨੂੰ ਤੁਹਾਡੇ ਵਾਂਗ ਹੀ ਪਿਆਰ ਕਰਦੇ ਹਨ ਤੇ ਮੇਰਾ ਪਤੀ ਵੀ ਬਹੁਤ ਵਧੀਆ ਹੈ। ਮੇਰੇ ਦਿਲ ਨੂੰ ਆਪਣੀ ਧੀ ਤੋਂ ਇਹ ਗੱਲਾਂ ਸੁਣ ਕੇ ਸਕੂਨ ਆ ਜਾਂਦਾ। ਮੇਰਾ ਪਤੀ ਵੀ ਆਪਣੇ ਕੰਮ ਵਿੱਚ ਰੁੱਝ ਗਿਆ ਤੇ ਮੈਂ ਵੀ ਆਪਣੇ ਘਰ ਦੇ ਕੰਮਾਂ ਕਾਰਾਂ ਵਿੱਚ ਰੁੱਝ ਗਈ ਤੇ ਸਾਡੀ ਜ਼ਿੰਦਗੀ ਇਸੇ ਤਰ੍ਹਾਂ ਚੱਲਦੀ ਰਹੀ। ਮੈਂ ਆਪਣੀ ਧੀ ਨੂੰ ਕਿਸੇ ਦਿਨ ਸਾਡੇ ਘਰ ਆਉਣ ਲਈ ਕਿਹਾ ਤਾਂ ਉਹ ਕਹਿੰਦੀ, ਮਾਂ ਉਹਨਾਂ ਦੇ ਰਿਸ਼ਤੇਦਾਰ ਸਾਨੂੰ ਮਿਲਣ ਆ ਰਹੇ ਹਨ, ਇਸ ਲਈ ਅਸੀਂ ਨਹੀਂ ਆ ਸਕਦੇ। ਇਸ ਲਈ ਮਜਬੂਰਨ ਮੈਨੂੰ ਚੁੱਪ ਕਰਨਾ ਪਿਆ। ਮੈਨੂੰ ਕਈ ਦਿਨਾਂ ਤੋਂ ਅਜੀਬ ਸੁਪਨੇ ਆ ਰਹੇ ਸਨ, ਜਿਵੇਂ ਮੇਰੀ ਧੀ ਰੋ ਰਹੀ ਹੋਵੇ ਤੇ ਕਿਸੇ ਮੁਸੀਬਤ ਵਿੱਚ ਹੈ। ਕਦੀ ਸੁਪਨੇ ਵਿੱਚ ਸੱਪ ਕੱਟ ਜਾਂਦਾ ਤੇ ਕਦੀ ਕਿਸੇ ਡੂੰਘੇ ਖੂਹ ਵਿੱਚ ਡਿੱਗ ਜਾਂਦੀ ਹੈ। ਮੈਂ ਚਾਹੁੰਦੀ ਹੋਈ ਵੀ ਆਪਣੀ ਧੀ ਨੂੰ ਬਚਾ ਨਹੀਂ ਸਕੀ। ਇੱਕ ਵਾਰ ਤਾਂ ਹੱਦ ਪਾਰ ਹੋ ਗਈ, ਜਦੋਂ ਮੈਂ ਖੁਦ ਆਪਣੀ ਧੀ ਨੂੰ ਆਪਣੇ ਹੱਥਾਂ ਨਾਲ ਖੂਹ ਵਿੱਚ ਧੱਕਾ ਮਾਰ ਰਹੀ ਸੀ। ਇਸ ਸੁਪਨੇ ਨੇ ਮੈਨੂੰ ਬੇਚੈਨ ਕਰ ਦਿੱਤਾ ਸੀ। ਉਸ ਦਿਨ ਮੈਂ ਆਪਣੀ ਧੀ ਨੂੰ ਫੋਨ ਕੀਤਾ ਤੇ ਕਿਹਾ ਕਿ ਮੈਂ ਤੈਨੂੰ ਮਿਲਣਾ ਚਾਹੁੰਦੀ ਹਾਂ, ਕੀ ਤੁਸੀਂ ਖੁਸ਼ ਹੋ? ਮੇਰੀ ਧੀ ਮੁਸਕਰਾ ਕੇ ਕਹਿਣ ਲੱਗੀ, ਹਾਂ ਮਾਂ, ਮੈਂ ਬਹੁਤ ਖੁਸ਼ ਹਾਂ। ਉਸ ਦੇ ਬੋਲਾਂ ਤੋਂ ਇਉਂ ਜਾਪਦਾ ਸੀ ਜਿਵੇਂ ਉਹ ਬਹੁਤ ਖੁਸ਼ ਹੋਵੇ। ਉਸਨੇ ਕਿਹਾ ਕਿ ਤੁਹਾਨੂੰ ਇੱਥੇ ਆਉਣ ਦੀ ਜ਼ਰੂਰਤ ਨਹੀਂ ਹੈ, ਮੈਂ ਬਹੁਤ ਖੁਸ਼ ਹਾਂ ਤੇ ਮੈਂ ਖੁਦ ਤੁਹਾਨੂੰ ਮਿਲਣ ਆ ਜਾਵਾਂਗੀ ਜਦੋਂ ਨਵੀਨ ਜੀ ਨੂੰ ਕੰਮ ਤੋਂ ਛੁੱਟੀ ਮਿਲ ਜਾਵੇਗੀ। 4 ਮਹੀਨੇ ਬੀਤ ਚੁੱਕੇ ਸੀ, ਪਰ ਨਾ ਹੀ ਮੈਂ ਆਪਣੀ ਧੀ ਨੂੰ ਮਿਲਣ ਗਈ ਤੇ ਨਾ ਹੀ ਸਾਡੀ ਧੀ ਇੱਥੇ ਆਈ ਸੀ। ਹੁਣ ਮੈਨੂੰ ਆਪਣੀ ਧੀ ਦੀ ਬਹੁਤ ਯਾਦ ਆਉਣ ਲੱਗੀ। ਮੈਂ ਉੱਡ ਕੇ ਆਪਣੀ ਧੀ ਤੱਕ ਪਹੁੰਚਣਾ ਚਾਹੁੰਦੀ ਸੀ, ਪਰ ਅਜਿਹਾ ਸੰਭਵ ਨਹੀਂ ਸੀ। ਇੱਕ ਦਿਨ ਮੈਂ ਬੈਠ ਕੇ ਰੋਣ ਲੱਗ ਪਈ, ਕਿਉਂਕਿ ਮੇਰੀ ਧੀ ਦੀ ਯਾਦ ਮੇਰਾ ਦਿਲ ਚੀਰ ਰਹੀ ਸੀ। ਮੇਰਾ ਪਤੀ ਵੀ ਮੇਰੇ ਨਾਲ ਉਦਾਸ ਹੋ ਗਿਆ ਸੀ। ਉਹਨਾਂ ਕਿਹਾ ਕਿ ਕੱਲ ਆਪਾਂ ਆਪਣੀ ਧੀ ਨੂੰ ਮਿਲਣ ਜਾਵਾਂਗੇ। ਅਗਲੀ ਸਵੇਰ ਅਸੀਂ ਦੋਵੇਂ ਪਤੀ ਪਤਨੀ ਆਪਣੇ ਨਾਲ ਬਹੁਤ ਸਾਰੇ ਫਲ ਲੈ ਕੇ ਆਪਣੀ ਧੀ ਦੇ ਘਰ ਜਾਣ ਲੱਗੇ। 4 ਘੰਟੇ ਦੇ ਸਫ਼ਰ ਤੋਂ ਬਾਅਦ ਅਸੀਂ ਆਪਣੀ ਧੀ ਦੇ ਘਰ ਪਹੁੰਚ ਗਏ। ਜਦੋਂ ਦਰਵਾਜ਼ਾ ਖੜਕਾਇਆ ਤਾਂ ਕੁਝ ਦੇਰ ਬਾਅਦ ਧੀ ਦੇ ਸਹੁਰੇ ਨੇ ਦਰਵਾਜ਼ਾ ਖੋਲ੍ਹਿਆ। ਅਸੀਂ ਸੋਚ ਰਹੇ ਸੀ ਕਿ ਉਹ ਸਾਨੂੰ ਦੇਖ ਕੇ ਮੁਸਕਰਾਏਗਾ, ਪਰ ਉਸਦੇ ਚਿਹਰੇ ਤੇ ਅਜੀਬ ਜਿਹੀ ਚਿੰਤਾ ਸੀ। ਉਸ ਦਾ ਰੰਗ ਪਲਾਂ ਵਿੱਚ ਹੀ ਫਿੱਕਾ ਪੈ ਗਿਆ ਸੀ। ਉਸਦੇ ਡਰੇ ਹੋਏ ਚਿਹਰੇ ਨਾਲ ਸਾਡੇ ਵੱਲ ਦੇਖਿਆ। ਅਸੀਂ ਘਰ ਦੇ ਅੰਦਰ ਗਏ ਤਾਂ ਸਾਡੀ ਧੀ ਆਪਣੇ ਕਮਰੇ ਵਿੱਚ ਆਰਾਮ ਕਰ ਰਹੀ ਸੀ। ਜਦੋਂ ਧੀ ਨੇ ਸਾਡੇ ਪੈਰਾਂ ਦੀ ਆਵਾਜ਼ ਸੁਣੀ, ਉਹ ਤੁਰੰਤ ਉੱਠੀ ਤੇ ਸਾਨੂੰ ਜੱਫੀ ਪਾ ਲਈ। ਉਹ ਖੁਸ਼ੀ ਵਿੱਚ ਰੋਣ ਲੱਗ ਪਈ। ਮੈਂ ਵੀ ਆਪਣੀ ਧੀ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ ਤੇ ਕਿਹਾ ਕਿ ਮੈਨੂੰ ਉਸਦੀ ਬਹੁਤ ਯਾਦ ਆ ਰਹੀ ਸੀ। ਇਸ ਸਮੇਂ ਘਰ ਵਿੱਚ ਪੂਰਬੀ ਤੇ ਉਸਦੇ ਸਹੁਰੇ ਦੇ ਇਲਾਵਾ ਕੋਈ ਨਹੀਂ ਸੀ।
ਅਸੀਂ ਕੁਝ ਦੇਰ ਉੱਥੇ ਬੈਠੇ ਰਹੇ ਤੇ ਫਿਰ ਆਪਣੀ ਧੀ ਨੂੰ ਪੁੱਛਣ ਲੱਗੇ, ਤੇਰਾ ਪਤੀ ਕਿੱਥੇ ਹੈ? ਹਜੇ ਤੱਕ ਉਹ ਘਰ ਨਹੀਂ ਆਇਆ। ਤਾਂ ਧੀ ਨੇ ਕਿਹਾ, ਕੀ ਕਹਿ ਰਹੇ ਹੋ ਮਾਂ? ਮੇਰਾ ਪਤੀ ਤਾਂ ਸਾਹਮਣੇ ਬੈਠਾ ਹੈ, ਜੋ ਤੁਹਾਡੇ ਨਾਲ ਗੱਲਾਂ ਕਰ ਰਿਹਾ ਹੈ। ਮੈਂ ਆਪਣੀ ਧੀ ਦੀ ਗੱਲ ਸੁਣ ਕੇ ਹੈਰਾਨ ਹੋ ਗਈ। ਸਾਹਮਣੇ ਤਾਂ ਮੇਰੀ ਧੀ ਦਾ ਸਹੁਰਾ ਬੈਠਾ ਸੀ। ਮੈਂ ਆਪਣੀ ਧੀ ਨੂੰ ਕਹਿਣ ਲੱਗੀ, ਕੀ ਕਹਿ ਰਹੀ ਹੈ ਧੀਏ? ਤੇਰਾ ਪਤੀ ਤਾਂ ਇੱਥੇ ਨਹੀਂ ਹੈ, ਇਹ ਤਾਂ ਤੇਰਾ ਸਹੁਰਾ ਹੈ। ਮੇਰੀ ਧੀ ਘਬਰਾਹਟ ਵਿੱਚ ਤੁਰੰਤ ਖੜੀ ਹੋ ਗਈ। ਉਸਨੇ ਕਿਹਾ, ਨਹੀਂ ਮਾਂ, ਮੇਰੇ ਘਰ ਵਿੱਚ ਹੋਰ ਕੋਈ ਨਹੀਂ ਹੈ। ਮੈਂ ਇਸ ਘਰ ਵਿੱਚ ਆਪਣੇ ਪਤੀ ਨਾਲ ਰਹਿੰਦੀ ਹਾਂ। ਮੇਰੇ ਪਤੀ ਨੇ ਗੁੱਸੇ ਨਾਲ ਖੜੇ ਹੋ ਕੇ ਆਪਣੀ ਧੀ ਦੇ ਸਹੁਰੇ ਨੂੰ ਪੁੱਛਿਆ, ਇਹ ਕੀ ਕਹਿ ਰਹੇ ਹੋ? ਤੁਹਾਡਾ ਪੁੱਤਰ ਕਿੱਥੇ ਹੈ? ਅਸੀਂ ਤਿੰਨੋਂ ਹੈਰਾਨ ਰਹਿ ਗਏ। ਕੁਝ ਸਮਝ ਨਹੀਂ ਆ ਰਿਹਾ ਸੀ। ਤੇ ਫਿਰ ਉਹ ਵਿਅਕਤੀ, ਜਿਸ ਦੀ ਉਮਰ ਲਗਭਗ 50 ਤੋਂ 55 ਸਾਲ ਸੀ, ਉਹ ਨੇੜੇ ਹੀ ਬੈਠਾ ਸੀ ਤੇ ਗਲਾ ਸਾਫ਼ ਕਰਕੇ ਬੋਲਿਆ, ਤੁਹਾਡੀ ਧੀ ਪੂਰਵੀ ਮੇਰੀ ਪਤਨੀ ਹੈ। ਇਹ ਖਬਰ ਤਾਂ ਸਾਡੇ ਤੇ ਪਹਾੜ ਵਾਂਗ ਟੁੱਟੀ। ਮੇਰੇ ਪਤੀ ਨੇ ਅੱਗੇ ਵਧ ਕੇ ਉਸ ਵਿਅਕਤੀ ਨੂੰ ਕਾਲਰ ਤੋਂ ਫੜ ਲਿਆ ਤੇ ਕਿਹਾ, ਤੁਸੀਂ ਕੀ ਬਕਵਾਸ ਕਰ ਰਹੇ ਹੋ? ਇਹ ਤੇਰੀ ਨੂੰਹ ਸੀ। ਉਹ ਕਹਿਣ ਲੱਗਾ ਕਿ ਅਜਿਹਾ ਨਹੀਂ ਹੈ। ਅਸਲ ਵਿੱਚ ਮੈਂ ਆਪਣਾ ਘਰ ਵਸਾਉਣਾ ਚਾਹੁੰਦਾ ਸੀ। ਮੇਰੇ ਕੋਲ ਬਹੁਤ ਦੌਲਤ ਸੀ, ਪਰ ਮੈਂ ਅਜੇ ਵੀ ਇੱਕ ਕੁਆਰਾ ਸੀ। ਮੈਂ ਆਪਣੀਆਂ ਸਾਰੀਆਂ ਭੈਣਾਂ ਤੇ ਭਰਾਵਾਂ ਦੇ ਵਿਆਹ ਕਰ ਦਿੱਤੇ ਤੇ ਉਹ ਦੂਜੇ ਦੇਸ਼ਾਂ ਵਿੱਚ ਜਾ ਕੇ ਵੱਸ ਗਏ। ਜਦੋਂ ਮੈਂ ਵਿਆਹ ਕਰਨ ਦਾ ਫੈਸਲਾ ਕੀਤਾ ਤਾਂ ਕੋਈ ਵੀ ਮੇਰੇ ਨਾਲ ਵਿਆਹ ਕਰਨ ਲਈ ਤਿਆਰ ਨਹੀਂ ਸੀ। ਮੇਰੀ ਉਮਰ ਵੱਧ ਹੋਣ ਕਰਕੇ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਕਿਹਾ ਕਿ ਮੇਰਾ ਵਿਆਹ ਕਿਸੇ ਵੀ ਤਰੀਕੇ ਨਾਲ ਕਰਵਾ ਦਿਓ। ਉਹਨਾਂ ਨੇ ਜਦੋਂ ਮੈਨੂੰ ਤੁਹਾਡੀ ਧੀ ਬਾਰੇ ਦੱਸਿਆ ਤਾਂ ਮੈਂ ਵਿਆਹ ਲਈ ਤਿਆਰ ਹੋ ਗਿਆ। ਦਰਅਸਲ ਮੈਨੂੰ ਤੁਹਾਡੀ ਧੀ ਪਸੰਦ ਆ ਗਈ ਸੀ। ਮੈਂ ਜਾਣਦਾ ਸੀ ਕਿ ਤੁਸੀਂ ਆਪਣੀ ਧੀ ਦਾ ਵਿਆਹ ਮੇਰੇ ਨਾਲ ਨਹੀਂ ਕਰੋਗੇ, ਇਸ ਲਈ ਇਹ ਸਾਰੀ ਯੋਜਨਾ ਮੈਂ ਬਣਾਈ ਸੀ। ਤੇ ਫਿਰ ਵਿਆਹ ਵਾਲੇ ਦਿਨ ਵੀ ਤੁਹਾਡੇ ਆਉਣ ਤੋਂ ਪਹਿਲਾਂ ਮੇਰਾ ਵਿਆਹ ਹੋ ਗਿਆ ਸੀ, ਤਾਂ ਜੋ ਤੁਹਾਨੂੰ ਇਹ ਪਤਾ ਨਾ ਲੱਗੇ ਕਿ ਤੁਹਾਡੀ ਧੀ ਦਾ ਵਿਆਹ ਕਿਸ ਨਾਲ ਹੋਇਆ ਹੈ। ਇਹ ਖਬਰ ਸਾਡੇ ਤਿੰਨਾਂ ਦੇ ਸਿਰ ਤੇ ਬਿਜਲੀ ਵਾਂਗ ਡਿੱਗੀ ਸੀ। ਮੇਰੇ ਪਤੀ ਨੇ ਗੁੱਸੇ ਵਿੱਚ ਉਸ ਵਿਅਕਤੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਪੂਰਵੀ ਰੋਣ ਲੱਗੀ। ਫਿਰ ਉਸੇ ਪਲ ਅਸੀਂ ਆਪਣੀ ਧੀ ਨੂੰ ਆਪਣੇ ਨਾਲ ਲੈ ਕੇ ਘਰ ਪਰਤ ਆਏ। ਇਸ ਤੋਂ ਬਾਅਦ ਪੂਰਵੀ ਦਾ ਪਤੀ ਕਈ ਵਾਰ ਆਇਆ ਤੇ ਮਾਫੀ ਮੰਗਣ ਲੱਗਾ ਤੇ ਉਸਨੇ ਪੂਰਵੀ ਨੂੰ ਕਿਹਾ, ਪੂਰਵੀ ਦੱਸ, ਮੈਂ ਇੱਕ ਵਾਰ ਵੀ ਤੇਰੇ ਨਾਲ ਉੱਚੀ ਆਵਾਜ਼ ਵਿੱਚ ਗੱਲ ਕੀਤੀ ਜਾਂ ਮੈਂ ਕਦੀ ਤੁਹਾਡੇ ਉੱਤੇ ਹੱਥ ਚੁੱਕਿਆ ਹੋਵੇ। ਮੈਂ ਤੇਰੀ ਹਰ ਇੱਛਾ ਪੂਰੀ ਕਰਦਾ ਸੀ। ਤੁਹਾਨੂੰ ਇਹ ਅਹਿਸਾਸ ਨਹੀਂ ਹੋਣ ਦਿੱਤਾ ਕਿ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਨਹੀਂ ਹੈ। ਪੂਰਵੀ ਵੀ ਆਪਣੇ ਪਤੀ ਨੂੰ ਦਿਲੋਂ ਪਸੰਦ ਕਰਨ ਲੱਗ ਪਈ ਸੀ। ਪੂਰਵੀ ਨੇ ਕਿਹਾ, ਹਾਂ ਮਾਂ, ਮੈਂ ਨਾ ਤਾਂ ਉਸ ਦਾ ਚਿਹਰਾ ਦੇਖਿਆ ਹੈ ਤੇ ਨਾ ਹੀ ਉਸ ਦਾ ਸਰੀਰ। ਮੈਂ ਉਸ ਦੇ ਵਿਵਹਾਰ ਤੇ ਮੇਰੇ ਪ੍ਰਤੀ ਪਿਆਰ ਨੂੰ ਦੇਖ ਕੇ ਉਸ ਨੂੰ ਪਿਆਰ ਕਰਨ ਲੱਗ ਪਈ ਹਾਂ। ਜਦੋਂ ਅਸੀਂ ਦੇਖਿਆ ਕਿ ਸਾਡੀ ਧੀ ਉਸ ਵਿਅਕਤੀ ਤੋਂ ਖੁਸ਼ ਹੈ ਤੇ ਉਹ ਵੀ ਸਾਡੀ ਧੀ ਦਾ ਬਹੁਤ ਖਿਆਲ ਰੱਖਦਾ ਹੈ, ਤਾਂ ਮਜਬੂਰਨ ਅਸੀਂ ਆਪਣੀ ਧੀ ਨੂੰ ਉਸ ਇਨਸਾਨ ਨਾਲ ਵਿਦਾ ਕਰ ਦਿੱਤਾ। ਉਹ ਇਨਸਾਨ ਦੇ ਪਿਆਰ ਵਿੱਚ ਕੋਈ ਕਮੀ ਨਹੀਂ ਆਈ। ਉਹ ਸਾਡੀ ਧੀ ਨੂੰ ਆਪਣੇ ਘਰ ਦੀ ਇੱਜ਼ਤ ਬਣਾ ਕੇ ਰੱਖਦਾ ਸੀ। ਇਸ ਤੋਂ ਬਾਅਦ ਮੇਰੀ ਬੇਟੀ ਨੇ ਵੀ ਇੱਕ ਖੂਬਸੂਰਤ ਬੱਚੇ ਨੂੰ ਜਨਮ ਦਿੱਤਾ। ਹੁਣ ਉਸਦੇ ਜੀਵਨ ਵਿੱਚ ਖੁਸ਼ੀ ਸੀ। ਉਹ ਆਪਣੇ ਪਤੀ ਨਾਲ ਖੁਸ਼ ਸੀ। ਫਿਰ ਅਸੀਂ ਕੌਣ ਹੁੰਦੇ ਸੀ ਉਸ ਨੂੰ ਪਤੀ ਤੋਂ ਵੱਖ ਕਰਨ ਵਾਲੇ? ਅਸੀਂ ਵੀ ਉਸ ਦੀ ਖੁਸ਼ੀ ਵਿੱਚ ਖੁਸ਼ ਹੋ ਗਏ। ਹਾਂ, ਪਰ ਝੂਠ ਤੇ ਧੋਖੇ ਦੇ ਇਸ ਵਿਆਹ ਨੂੰ ਭੁੱਲਣਾ ਆਸਾਨ ਨਹੀਂ ਸੀ। ਦੋਸਤੋ, ਜੇਕਰ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ। ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਧੰਨਵਾਦ ਜੀ ਸਾਰਿਆਂ ਦਾ।